हाँ जी, गुड आफ्टरनून सारिਆਂ ਨੂੰ। ਆਪਾਂ ਅੱਜ ਸੈਸ਼ਨ ਨੰਬਰ 4 ਪੜਾਂਗੇ ਜਿਸ ਦਾ ਨਾਮ ਹੈ ਪੋਜ਼ਿਟਿਵ ਥਿੰਕਿੰਗ, ਜਿਸ ਨੂੰ ਐਕਸਪਲੇਨ ਕਰੇਗੀ ਜਾਂ ਰੀਡ ਕਰੇਗੀ ਪੈਰਾਗ੍ਰਾਫ ਸਟੂਡੈਂਟ ਬਲਜੀਤ। हाँ जी राजे, ਹੁਣ रीड करो। What would happen if ants were one of the smallest क्रेचर्स of nature? Nature नेचर thought that nature thought that they are so small that they cannot do anything. They would probably probably be extinct be be accident. Why now now what arts have never considered considered being being small as a weakness। ਹੋਰ ਕੋਈ स्टूडेंट इस तो अगे पढ़ना चाहेगा? कौन? पढ़ो राजे। हाँ जी। instead they were हम्म instead they work इंस्टेड राजे, very इंस्टेड। hard हम्म to get instead to get through each day हम्म can live up to 20 times its own ऑन बॉडी वेट weight. वेट A positive attitude the life can help us life गुड आफ्टरनून राजे। attitude हाँ जी, चलो चलो मैं पढ़दी हाँ बस। ओके राजे हरप्रीत, थैंक यू पैराग्राफ पढ़न ਲਈ। ਤਾਂ ਰਾਜੇ ਅੱਜ ਦਾ ਜੋ ਆਪਣਾ ਸੈਸ਼ਨ ਹੈ ਉਹ ਪੋਜ਼ਿਟਿਵ ਥਿੰਕਿੰਗ ਦੇ ਉੱਤੇ ਹੈ। ਇਸ ਦੇ ਵਿੱਚ ਹੁਣ ਇਹਨਾਂ ਨੇ ਆਪਾਂ ਨੂੰ ਐਗਜ਼ਾਮਪਲ ਦਿੱਤੀ ਹੋਈ ਹੈ ਐਂਟ ਕੀ ਹੁੰਦੀ ਆ? ਜੋ ਕੀੜੀਆਂ ਹੁੰਦੀਆਂ ਨੇ, ਠੀਕ ਹੈ। ਹੁਣ ਕਹਿੰਦੇ ਜਿਹੜੀ ਇੱਕ ਕੀੜੀ ਆ ਇੱਕ ਸਮੋਲੈਸਟ ਕ੍ਰੀਏਚਰ ਆ ਨੇਚਰ ਦਾ, ਠੀਕ ਹੈ। ਇੱਕ ਛੋਟਾ ਜਿਹਾ ਜੀਵ ਆ ਕੁਦਰਤ ਦਾ, ਜਿਸ ਦੇ ਵਿੱਚ ਕੀ ਆ ਉਹਨਾਂ ਨੇ ਉਸ ਦਾ ਕੰਮ ਨੂੰ ਐਕਸਪਲੇਨ ਕੀਤਾ ਹੋਇਆ ਹੈ ਕਿ ਜਿਹੜੀ ਇਹ ਕੀੜੀ ਹੁੰਦੀ ਹੈ ਇਹ ਕਦੇ ਵੀ ਮਤਲਬ ਹਾਰ ਨਹੀਂ ਮੰਨਦੀ, ਹਮੇਸ਼ਾ ਕੀ ਕਰਦੀ ਹੈ ਆਪਣਾ ਕੰਮ ਲਗਾਤਾਰ ਕਰਦੀ ਹੈ ਅਤੇ ਹਾਰਡ ਵਰਕ ਦੇ ਨਾਲ ਕਰਦੀ ਹੈ, ਠੀਕ ਹੈ। ਜਿਵੇਂ ਕਿ ਕਹਿੰਦੇ ਇਹਨਾਂ ਦਾ ਹੀ ਇਸ ਤਰ੍ਹਾਂ ਦੀ ਜੋ ਪੀਪਲ ਹੁੰਦੇ ਨੇ, ਜਿਵੇਂ ਇਹਨਾਂ ਨੇ ਆਪਣੇ ਇਹਦੀ ਕੀੜੀ ਦੀ ਐਗਜ਼ਾਮਪਲ ਲਿੱਤੀ ਆ, ਇਹ ਦਰਸਾਉਂਦੀ ਹੈ ਕਿ ਉਸ ਦੇ ਵਿੱਚ ਪੋਜ਼ੀਟਿਵ ਐਟੀਟਿਊਡ ਹੈ, ਕਿਉਂਕਿ ਉਸ ਦਾ ਵੇਟ ਇੰਨਾ ਘੱਟ ਹੁੰਦਾ ਹੈ। ਉਹ ਆਪਣੇ ਵੇਟ ਤੋਂ ਜ਼ਿਆਦਾ, ਕਿੰਨੇ ਗੁਣਾ ਜ਼ਿਆਦਾ, 20 ਗੁਣਾ ਜ਼ਿਆਦਾ ਉਹ ਭਾਰ ਚੱਕਦੀ ਹੈ। ਤਾਂ ਉਸੀ ਤਰ੍ਹਾਂ ਕਹਿੰਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਪੋਜ਼ੀਟਿਵ ਐਟੀਟਿਊਡ ਹੋਣਾ ਚਾਹੀਦਾ ਹੈ ਆਪਣੇ ਲਾਈਫ ਦੇ ਵਿੱਚ, ਤਾਂ ਕਿ ਉਹ ਜੋ ਵੀ ਚੈਲੰਜ ਨੇ ਉਹਨਾਂ ਨੂੰ ਅਸੈਪਟ ਕਰਨ ਅਤੇ ਜੋ ਵੀ ਆਪਣੀ ਲਾਈਫ ਦੇ ਵਿੱਚ ਉਹਨਾਂ ਦੇ ਵਿੱਚ ਕਮੀ ਪੇਸ਼ੀਆਂ ਨੇ ਉਸ ਨੂੰ ਕੀ ਕਰਨ, ਉਹ ਓਵਰਕਮ ਕਰਨ, ਠੀਕ ਹੈ। ਹੁਣ ਪੋਜ਼ੀਟਿਵ ਥਿੰਕਿੰਗ ਹੁੰਦੀ ਆ ਜੋ ਆਪਾਂ ਮਤਲਬ ਜੋ ਵੀ ਸਾਡੀ ਸੋਚ ਹੈ ਉਹ ਸਹੀ ਹੋਣੀ, ਸਕਾਰਾਤਮਕ ਹੋਣੀ, ਠੀਕ ਹੈ। ਜਿਵੇਂ ਕਿ ਪੋਜ਼ੀਟਿਵ ਥਿੰਕਿੰਗ ਕੀ ਹੁੰਦੀ ਹੈ ਅਤੇ ਇਹਦੀ ਇੰਪੋਰਟੈਂਸ ਕੀ ਹੈ। ਕਹਿੰਦੇ ਇਹ ਪਰਸਨਸ ਐਟੀਟਿਊਡ ਕੈਨ ਬੀ ਕੰਸੀਡਰਡ ਈਦਰ ਪੋਜ਼ੀਟਿਵ ਔਰ ਨੈਗੇਟਿਵ। ਕਹਿੰਦਾ ਇੱਕ ਵਿਅਕਤੀ ਦਾ ਜਿਹੜਾ ਐਟੀਟਿਊਡ ਹੁੰਦਾ ਹੈ ਉਹ ਦੋ ਤਰ੍ਹਾਂ ਦਾ ਹੋ ਸਕਦਾ ਹੈ, ਜਾਂ ਤਾਂ ਪੋਜ਼ੀਟਿਵ ਹੋਏਗਾ ਜਾਂ ਨੈਗੇਟਿਵ ਹੋਏਗਾ। ਬੱਚੇ ਆਪਣੇ ਹਰਮਨ ਡੋਂਟ ਯੂਜ਼ ਦਿਸ ਪੈਨਸਿਲਸ ਔਰ ਐਰੋ। ਹਾਂਜੀ, ਮੈਂ ਕਹਿ ਰਹੀ ਸੀ ਵੀ ਜੋ ਇੱਕ ਪਰਸਨ ਹੁੰਦਾ ਹੈ ਉਸ 'ਤੇ ਦੋ ਤਰ੍ਹਾਂ ਦਾ ਬਿਹੇਵ ਹੁੰਦਾ ਹੈ, ਜਾਂ ਤਾਂ ਪੋਜ਼ੀਟਿਵ ਹੁੰਦਾ ਹੈ ਜਾਂ ਨੈਗੇਟਿਵ ਹੁੰਦਾ ਹੈ। ਜਿਹੜੀ ਪੋਜ਼ੀਟਿਵ ਥਿੰਕਿੰਗ ਹੁੰਦੀ ਹੈ, ਹਰਮਨ ਯੂ ਆਰ ਡੂਇੰਗ ਅਗੇਨ, ਓਕੇ। ਪੋਜ਼ੀਟਿਵ ਥਿੰਕਿੰਗ ਰਿਕੁਆਇਰਸ ਐ ਪਰਸਨ ਟੂ ਲੁੱਕ ਐਟ ਦਾ ਗੁੱਡ ਇਨ ਥਿੰਗਸ। ਕਹਿੰਦੇ ਜਿਹੜੇ ਲੋਕਾਂ ਦੇ ਵਿੱਚ ਪੋਜ਼ੀਟਿਵ ਐਟੀਟਿਊਡ ਹੁੰਦਾ ਹੈ ਉਹ ਉਹਨਾਂ ਦਾ ਨਜ਼ਰੀਆ ਜੋ ਹੁੰਦਾ ਹੈ ਚੀਜ਼ਾਂ ਨੂੰ ਦੇਖਣ ਦਾ ਉਹ ਬਹੁਤ ਵਧੀਆ ਹੁੰਦਾ ਹੈ। ਉਹ ਹਰ ਇੱਕ ਚੀਜ਼ ਨੂੰ ਓਬਜ਼ਰਵ ਕਰਦੇ ਆ, ਅੰਡਰਸਟੈਂਡ ਕਰਦੇ ਨੇ ਐਂਡ ਉਹਨਾਂ ਦੇ ਉੱਤੇ ਕੰਮ ਕਰਦੇ ਨੇ। ਅਗਰ ਉਸ ਦੇ ਵਿੱਚ ਉਹਨਾਂ ਦੀ ਕੋਈ ਕਮੀ ਪੇਸ਼ੀ ਹੁੰਦੀ ਹੈ ਉਸ ਨੂੰ ਉਹ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਨੇ, ਓਕੇ। ਤਾਂ ਜਿਹੜੀ ਪੋਜ਼ੀਟਿਵ ਥਿੰਕਿੰਗ ਹੁੰਦੀ ਹੈ ਲੀਡਸ ਟੂ ਗੁੱਡ ਰਿਜ਼ਲਟ ਫॉर ਯੂ ਲਾਈਕ ਓਵਰਕਮਿੰਗ ਚੈਲੰਜ।
ਠੀਕ ਹੈ। ਜਿਹੜੇ ਵੀ ਤੁਹਾਡੇ ਚੈਲੰਜ ਹੁੰਦੇ ਨੇ, ਅਗਰ ਤੁਸੀਂ ਉਹਨਾਂ ਨੂੰ ਟਾਈਮ ਸਿਰ ਪੂਰਾ ਕਰਦੇ ਹੋ ਤਾਂ ਇਸ ਦੇ ਨਾਲ ਕੀ ਹੁੰਦਾ ਹੈ, ਤੁਹਾਡੀ ਪੋਜ਼ੀਟਿਵ ਥਿੰਕਿੰਗ ਕਰਕੇ ਹੀ ਤੁਸੀਂ ਆਪਣੀ ਲਾਈਫ ਦੇ ਵਿੱਚ ਗੁੱਡ ਰਿਜ਼ਲਟਸ ਗੈਟ ਕਰ ਸਕਦੇ ਹੋ। ਐਂਡ ਮੇਕਿੰਗ ਯੂ ਡੂ ਵੈਲ ਔਰ ਮੇਕਿੰਗ ਯੂ ਐਨ ਐਨਰਜੈਟਿਕ ਇੰਡੀਵਿਜੂਅਲ। ਅਗਰ ਤੁਸੀਂ ਹਮੇਸ਼ਾ ਹੀ ਆਪਣੀ ਲਾਈਫ ਦੇ ਵਿੱਚ ਕਾਮ ਰਹਿੰਦੇ ਹੋ, ਪੋਜ਼ੀਟਿਵ ਥਿੰਕਿੰਗ ਰੱਖਦੇ ਹੋ, ਗੁੱਸਾ ਨਹੀਂ ਹੁੰਦੇ, ਠੀਕ ਹੈ, ਨਰਵਸ ਨਹੀਂ ਫੀਲ ਕਰਦੇ, ਉਸ ਦੇ ਨਾਲ ਕੀ ਹੈ, ਤੁਸੀਂ ਹਮੇਸ਼ਾ ਐਕਟਿਵ ਰਹਿੰਦੇ ਹੋ, ਐਨਰਜੈਟਿਕ ਪਰਸਨ ਬਣ ਕੇ ਰਹਿੰਦੇ ਹੋ। ਹੈਲਪਿੰਗ ਯੂ ਗੈਟ ਬੈਟਰ ਐਟ ਵਰਕ। ਇਹਦੇ ਨਾਲ ਕੀ ਹੁੰਦਾ ਹੈਗਾ, ਤੁਸੀਂ ਆਪਣੇ ਕੰਮ ਦੇ ਵਿੱਚ ਹੋਰ ਵੀ ਵਧੀਆ ਧਿਆਨ ਲਗਾ ਕੇ ਕਰ ਸਕਦੇ ਹੋ ਜਾਂ ਲੋਕਾਂ ਦੀ ਹੈਲਪ ਕਰ ਸਕਦੇ ਹੋ। ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਕੀ ਕਰ ਸਕਦੇ ਹੋ, ਖੁਸ਼ ਰੱਖ ਸਕਦੇ ਹੋ। ਹੁਣ ਹੈਗਾ ਇਸ ਦਾ ਐਗਜ਼ਾਮਪਲਸ ਦੇਖਦੇ ਹਾਂ। 2 ਐਗਜ਼ਾਮਪਲ ਦਿੱਤੀਆਂ ਹੋਈਆਂ ਨੇ, ਨੈਗੇਟਿਵ ਪੀਪਲ ਦੀ ਅਤੇ ਪੋਜ਼ੀਟਿਵ। ਜਿਹੜੇ ਲੋਕ ਨੈਗੇਟਿਵ ਥਿੰਕਿੰਗ ਰੱਖਦੇ ਨੇ ਉਹਨਾਂ ਦੀ ਐਗਜ਼ਾਮਪਲ ਕੀ ਹੈ, ਆਈ ਡਿਡ ਨਾਟ ਗੈਟ ਇਨਫ ਮਾਰਕਸ ਟੂ ਚੂਜ਼ ਦਾ ਸਾਇੰਸ ਸਟਰੀਮ, ਮਾਈ ਲਾਈਫ ਇਜ਼ ਰਿਊਨਡ। ਠੀਕ ਹੈ, ਕਿਸੇ ਨੇ ਕਿਹਾ ਵੀ ਮੈਂ ਸਾਇੰਸ ਸਟਰੀਮ ਲੈਣੀ ਸੀ ਬਟ ਮੈਂ ਉਨੇ ਨੰਬਰ ਪ੍ਰਾਪਤ ਨਹੀਂ ਕਰ ਸਕੀ, ਇਸ ਦੇ ਨਾਲ ਕੀ ਹੈ, ਮੇਰੀ ਸਾਰੀ ਲਾਈਫ ਖਰਾਬ ਹੋ ਗਈ। ਮਾਈ ਟੀਮ ਲੋਸਟ ਦਾ ਮੈਚ ਬਿਕੋਜ਼ ਆਫ ਮੀ, ਮੇਰੇ ਕਰਕੇ ਮੇਰੀ ਟੀਮ ਮੈਚ ਹਾਰ ਗਈ। ਇਹ ਕੀ ਹੋ ਗਈ, ਨੈਗੇਟਿਵ ਥਿੰਕਿੰਗ ਦੀ ਐਗਜ਼ਾਮਪਲਸ ਹੋ ਗਈਆਂ। ਬਟ ਅਗਰ ਅਸੀਂ ਗੱਲ ਕਰੀਏ ਪੋਜ਼ੀਟਿਵ ਥਿੰਕਿੰਗ, ਇਹੀ ਚੀਜ਼ਾਂ ਨੂੰ ਜੇ ਅਸੀਂ ਪੋਜ਼ੀਟਿਵ ਵੇ ਨਾਲ ਬੋਲਾਂਗੇ ਤਾਂ ਉਹ ਕਿਵੇਂ ਬੋਲਾਂਗੇ, ਆਈ ਡਿਡ ਨਾਟ ਗੈਟ ਇਨਫ ਮਾਰਕਸ ਟੂ ਚੂਜ਼ ਦਾ ਸਾਇੰਸ ਸਟਰੀਮ ਬਟ that's not the end of my life, I can consider option in other streams। ਠੀਕ ਹੈ, ਉਹ ਕਹਿੰਦੀ ਆ ਵੀ ਹਾਂ ਮੇਰੇ ਨੰਬਰ ਵਧੀਆ ਨਹੀਂ ਆਏ ਇਸ ਕਰਕੇ ਮੈਂ ਸਾਇੰਸ ਸਟਰੀਮ ਨਹੀਂ ਚੂਜ਼ ਕਰ ਸਕਦੀ, ਬਟ ਇਸ ਦੇ ਨਾਲ ਇਹ ਥੋੜ੍ਹੀ ਆ ਮੇਰੀ ਲਾਈਫ ਦਾ ਐਂਡ ਹੋ ਗਿਆ, ਮੈਂ ਕੋਈ ਹੋਰ ਸਟਰੀਮ ਚੂਜ਼ ਕਰ ਲੂँਗੀ। ਉਸ ਤੋਂ ਬਾਅਦ ਹੈਗਾ ਮਾਈ ਟੀਮ ਲੋਸਟ ਦਾ ਮੈਚ ਟੂਡੇ ਬਟ ਵੀ ਕੈਨ ਸੀ ਹਾਊ ਵੀ ਕੈਨ ਡੂ ਬੈਟਰ ਨੈਕਸਟ ਟਾਈਮ। ਕਹਿੰਦੇ ਸਾਡੀ ਟੀਮ ਅੱਜ ਮੈਚ ਹਾਰ ਗਈ ਹੈ ਬਟ ਕੋਈ ਗੱਲ ਨਹੀਂ, ਨੈਕਸਟ ਟਾਈਮ ਅਸੀਂ ਦੇਖਾਂਗੇ ਵੀ ਅਸੀਂ ਹੋਰ ਵੀ ਕਿਵੇਂ ਬੈਟਰ ਪਰਫੋਰਮ ਕਰਨਾ ਹੈ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹਾਊ ਟੂ ਕੀਪ ਯੂਅਰ ਥਿੰਕਿੰਗ ਪੋਜ਼ੀਟਿਵ। ਆਪਣੀ ਜੋ ਸੋਚ ਹੈ ਉਸਨੂੰ ਕਿਵੇਂ ਪੋਜ਼ੀਟਿਵ ਰੱਖਣਾ ਹੈ। ਠੀਕ ਹੈ, ਤਾਂ ਉਸਨੂੰ ਪੋਜ਼ੀਟਿਵ ਰੱਖਣ ਲਈ ਅਸੀਂ ਇੱਕ ਮੈਥਡ ਯੂਜ਼ ਕਰਦੇ ਹਾਂ, ਇੱਕ ਐਬਰੀਵੇਸ਼ਨ ਯੂਜ਼ ਕਰਦੇ ਹਾਂ ਜਿਸ ਨੂੰ ਅਸੀਂ ਕੀ ਕਹਿੰਦੇ ਹਾਂ, ਸਮਾਈਲ। ਕੀ ਕਹਿੰਦੇ ਹਾਂ, ਸਮਾਈਲ। ਹਾਂਜੀ, ਸਮਾਈਲ ਕਹਿੰਦੇ ਆ। ਠੀਕ ਹੈ, ਹੁਣ ਇੱਕ ਮਿੰਟ ਬੇਟਾ, ਹਾਂਜੀ ਹਾਂਜੀ, ਠੀਕ ਹੈ, ਤਾਂ ਸਮਾਈਲ ਕੀ ਹੈ, ਸਮਾਈਲ ਹੁਣ ਨੈਕਸਟ ਪੇਜ 'ਤੇ ਦੇਖਦੇ ਹਾਂ। ਸਮਾਈਲ ਦੀ ਐਬਰੀਵੇਸ਼ਨ ਦਿੱਤੀ ਹੋਈ ਹੈ, ਜਿਵੇਂ ਫਸਟ ਹੈਗੀ ਆ ਸਟਾਰਟ ਯੂਅਰ ਡੇ ਇਨ ਪੋਜ਼ੀਟਿਵ ਵੇ। ਆਪਣੇ ਦਿਨ ਦੀ ਸ਼ੁਰੂਆਤ ਚੰਗੇ ਤਰੀਕੇ ਨਾਲ ਜਾਂ ਚੰਗੇ ਨਜ਼ਰੀਏ ਦੇ ਨਾਲ ਕਰਨੀ, ਚੰਗੀ ਸੋਚ ਦੇ ਨਾਲ ਕਰਨੀ। ਠੀਕ ਹੈ, ਐਮ ਫੋਰ ਮੈਨੇਜ ਟਾਈਮ ਟੂ ਰਿਲੈਕਸ। ਠੀਕ ਹੈ, ਆਪਣੇ ਆਪ ਨੂੰ ਰਿਲੈਕਸ ਕਰਨ ਲਈ ਟਾਈਮ ਨੂੰ ਮੈਨੇਜ ਕਰਨਾ। ਤਾਂ ਫਸਟ ਜੋ ਹੈ ਸਟਾਰਟ ਯੂਅਰ ਡੇ ਇਨ ਅ ਪੋਜ਼ੀਟਿਵ ਵੇ, ਮਤਲਬ ਆਪਣੇ ਦਿਨ ਦੀ ਸ਼ੁਰੂਆਤ ਤੁਸੀਂ ਕਿਵੇਂ ਕਰ ਸਕਦੇ ਹੋ। ਐ ਨਹੀਂ ਹੈਗਾ ਵੀ ਉੱਠਦੇ ਸੰਦਾਰ ਹੀ ਟੀ ਵੀ ਦੇਖਣ ਲੱਗ ਗਏ, ਠੀਕ ਹੈ, ਜਾਂ ਉੱਠਦੇ ਸੰਦਾਰ ਹੀ ਕਿਸੇ ਦੇ ਨਾਲ ਲੜਾਈ ਕਰ ਲਈ। ਜੇ ਸਾਰਾ ਦਿਨ ਕਿਸੇ ਨਾਲ ਲੜਾਈ ਕਰ ਲਈ, ਸਾਰਾ ਦਿਨ ਹੀ ਮੂਡ ਖਰਾਬ ਰਹੇਗਾ। ਜੇ ਸਾਰਾ ਉੱਠਦੇ ਸੰਦਾਰ ਹੀ ਟੀ ਵੀ ਦੇਖਣ ਲੱਗ ਗਏ ਤਾਂ ਸਾਰਾ ਦਿਨ ਹੀ ਸੁਸਤ ਰਹੋਗੇ। ਤਾਂ ਸਭ ਤੋਂ ਪਹਿਲਾਂ ਆਪਣੇ ਡੇ ਦੀ ਸ਼ੁਰੂਆਤ ਕਿਵੇਂ ਕਰੋਗੇ, ਐਕਸਰਸਾਈਜ਼ ਕਰੋਗੇ, ਰੀਡਿੰਗ ਕਰੋਗੇ, ਠੀਕ ਹੈ, ਵਾਚਿੰਗ ਸਮ ਮੋਟੀਵੇਸ਼ਨਲ ਵੀਡੀਓਜ਼, ਕੋਈ ਮੋਟੀਵੇਸ਼ਨਲ ਵੀਡੀਓਜ਼ ਦੇਖੋਗੇ, ਜਾਂ ਟਾਕਿੰਗ ਟੂ ਪੀਪਲ ਹੂ ਆਰ ਪੋਜ਼ੀਟਿਵ ਐਂਡ ਮੇਕ ਯੂ ਸਮਾਈਲ, ਜਾਂ ਉਹਨਾਂ ਲੋਕਾਂ ਦੇ ਨਾਲ ਗੱਲ ਕਰੋਗੇ ਜੋ ਤੁਹਾਨੂੰ ਪੋਜ਼ੀਟਿਵ ਫੀਲ ਕਰਾਉਂਦੇ ਨੇ ਜਾਂ ਤੁਹਾਨੂੰ ਮਤਲਬ ਖੁਸ਼ ਰੱਖਦੇ ਨੇ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਮੈਨੇਜ ਟਾਈਮ ਟੂ ਰਿਲੈਕਸ। ਆਪਣੇ ਆਪ ਨੂੰ ਰਿਲੈਕਸ ਕਰਨ ਲਈ ਕੀ ਕਰੋਗੇ, ਸਿਟ ਇਨ ਅ ਰਿਲੈਕਸ ਪੋਜੀਸ਼ਨ ਐਂਡ ਜਸਟ ਫੀਲ ਹਾਊ ਯੂ ਆਰ ਬਰੀਦਿੰਗ। ਠੀਕ ਹੈ, ਆਪਣੇ ਆਪ ਨੂੰ ਇੱਕ ਰਿਲੈਕਸ ਪੋਜੀਸ਼ਨ ਦੇ ਵਿੱਚ ਰੱਖੋ, ਬੈਠੋ, ਰਿਲੈਕਸ ਹੋ ਕੇ ਬੈਠੋ, ਆਪਣੀ ਬੋਡੀ ਨੂੰ ਢਿੱਲਾ ਛੱਡ ਕੇ ਬੈਠੋ ਐਂਡ ਉਸ ਤੋਂ ਬਾਅਦ ਅੱਖਾਂ ਨੂੰ ਬੰਦ ਕਰਕੇ ਆਪਣੀ ਬਰੀਥ ਦੇ ਉੱਤੇ ਧਿਆਨ ਦਿਓ ਕਿ ਤੁਸੀਂ ਕਿਸ ਤਰ੍ਹਾਂ ਮੀਨਸ ਬਰੀਥਿੰਗ ਲੈ ਰਹੇ ਹੋ, ਵੀ ਸਾਹ ਤੁਹਾਡੇ ਤੇਜ਼ ਚੱਲਦੇ ਨੇ ਕਿ ਹੌਲੀ ਚੱਲਦੇ ਨੇ। ਆਪਣੀ ਅੰਤਰਾਤਮਾ ਨਾਲ ਗੱਲ ਕਰਨਾ, ਜਿਹਨੂੰ ਅਸੀਂ ਕਹਿੰਦੇ ਯੂ ਕੈਨ ਡੂ ਯੋਗਾ ਐਂਡ ਮੈਡੀਟੇਸ਼ਨ। ਉਸ ਦੌਰਾਨ ਤੁਸੀਂ ਯੋਗਾ ਵੀ ਕਰ ਸਕਦੇ ਹੋ, ਮੈਡੀਟੇਸ਼ਨ ਵੀ ਕਰ ਸਕਦੇ ਹੋ, ਜਾਂ ਕੋਈ ਰਿਲੈਕਸ ਮਿਊਜ਼ਿਕ ਸੁਣ ਸਕਦੇ ਹੋ ਜਿਹਦੇ ਨਾਲ ਤੁਸੀਂ ਕਾਮ ਰਹੋ। ਠੀਕ ਹੈ, ਸ਼ਾਂਤ ਮੀਨਸ ਆਈ ਫੋਰ ਇਮੈਜਿਨ ਦਾ ਬੈਸਟ ਇਨ ਐਨੀ ਸਿਚੁਏਸ਼ਨ। ਚਾਹੇ ਕਿਸ ਤਰ੍ਹਾਂ ਦੀ ਵੀ ਕੋਈ ਵੀ ਸਿਚੁਏਸ਼ਨ ਹੋਈ ਬਟ ਉਸ ਦੇ ਵਿੱਚ ਤੁਸੀਂ ਵਧੀਆ ਸੋਚਣਾ ਹੈ। ਡੂ ਨਾਟ ਕੀਪ ਥਿੰਕਿੰਗ ਆਫ ਥਿੰਗਸ ਦੈਟ ਆਰ ਗੋਇੰਗ ਟੂ ਬੈਡਲੀ। ਠੀਕ ਹੈ, ਉਹ ਚੀਜ਼ਾਂ ਬਾਰੇ ਨਹੀਂ ਸੋਚਣਾ ਕਿ ਜਿਹੜੀਆਂ ਬੁਰੀਆਂ ਹੋ ਰਹੀਆਂ ਨੇ ਦਿਨ ਪ੍ਰਤੀ ਦਿਨ। ਇੰਸਟੈਂਟ
ਥਿੰਕ ਹਾਊ ਯੂ ਕੈਨ ਮੈਨੇਜ ਥਿੰਕਸ ਬੈਟਰ। ਉਸ ਦੇ ਇਲਾਵਾ ਤੁਸੀਂ ਇਹ ਸੋਚ ਸਕਦੇ ਹੋ ਵੀ ਜਿਹੜੀ ਚੀਜ਼ਾਂ ਬੁਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਠੀਕ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਲਰਨ ਟੂ ਟੇਕ ਫੀਡਬੈਕ ਇਨ ਅ ਪੋਜ਼ੀਟਿਵ ਵੇ। ਠੀਕ ਹੈ, ਲਰਨ ਐਲ ਸਮਾਈਲ ਦੀ ਐਲ ਮੀਨਸ ਲਰਨ, ਟੇਕ ਫੀਡਬੈਕ ਇਨ ਪੋਜ਼ੀਟਿਵ। ਜਦੋਂ ਤੁਹਾਨੂੰ ਕੋਈ ਵੀ ਪਰਸਨ ਕੋਈ ਵੀ ਫੀਡਬੈਕ ਦਿੰਦਾ ਹੈ ਉਸਨੂੰ ਪੋਜ਼ੀਟਿਵ ਵੇ ਦੇ ਵਿੱਚ ਅਸੈਪਟ ਕਰਨਾ ਹੈ। ਇਫ ਸਮਵਨ ਗਿਵਸ ਯੂ ਫੀਡਬੈਕ objectively, think how it will help you to improve and start working on it। ठीक है, अगर कोई पर्सन ਤੁਹਾਨੂੰ ਕੋਈ ਵੀ ਫੀਡਬੈਕ ਦਿੰਦਾ ਹੈ ਤਾਂ ਉਸ ਦਾ ਬੁਰਾ ਨਹੀਂ ਮਨਾਉਣਾ, ਕਿਉਂਕਿ ਆਪਾਂ ਨੂੰ ਕਈ ਵਾਰ ਫੀਡਬੈਕ ਅੱਛੀ ਨਹੀਂ ਲੱਗਦੀ, ਉਸ ਦੇ ਉੱਤੇ ਤੁਸੀਂ ਕੰਮ ਕਰਨਾ ਹੈ, ਇੰਪਰੂਵ ਕਰਨਾ ਹੈ। ਜਿਵੇਂ ਤੁਹਾਨੂੰ ਕਿਸੇ ਨੇ ਫੀਡਬੈਕ ਦਿੱਤੀ ਵੀ ਕਲਾਸ ਦੇ ਵਿੱਚ ਤੁਹਾਨੂੰ ਮੈਨਰਸ ਨਹੀਂ ਹੈਗੇ, ਕਿਸੇ ਟੀਚਰ ਨੇ ਕਿਹਾ ਬੇਟਾ ਵੀ ਜੋ ਕੋਈ ਟੀਚਰ ਆਉਂਦਾ ਹੈ ਤੁਹਾਨੂੰ ਮੈਨਰਸ ਨਹੀਂ ਹੈਗੇ, ਕਿਵੇਂ ਗੱਲ ਕਰਨੀ ਹੈ, ਕਿਵੇਂ ਖੜੇ ਹੋਣਾ, ਕਿਵੇਂ ਬਹਿਣਾ, ਤੁਸੀਂ ਇਸ ਗੱਲ ਨੂੰ ਬੁਰਾ ਮਨਾਓਗੇ, ਹਾਂ ਵੀ ਸਾਨੂੰ ਟੀਚਰ ਨੇ ਐਵੇਂ ਕਿਉਂ ਕਹਿ ਦਿੱਤਾ। ਬੁਰਾ ਮਨਾਉਣ ਦੀ ਜਗ੍ਹਾ ਤੁਸੀਂ ਉਹ ਚੀਜ਼ ਦੇ ਉੱਤੇ ਕੰਮ ਕਰਨਾ ਹੈ ਵੀ ਮੈਨੂੰ ਟੀਚਰ ਨੇ ਐ ਕਿਉਂ ਕਿਹਾ, ਮੇਰੇ ਵਿੱਚ ਐਸੀ ਕਿਹੜੀ ਕਮੀ ਸੀ ਵੀ ਟੀਚਰ ਨੇ ਵੀ ਇਕੱਲੇ ਨੂੰ ਮੈਨੂੰ ਹੀ ਕਿਹਾ, ਹੋਰ ਕਿਸੇ ਨੂੰ ਨਹੀਂ ਕਿਹਾ। ਤਾਂ ਉਵੇਂ ਸੋਚ ਕੇ ਆਪਣੀ ਜੋ ਵੀ ਤੁਹਾਡੇ ਨਾਲ ਦੇ ਫਰੈਂਡਸ ਨੇ ਜਾਂ ਕਿਸੇ ਨੂੰ ਦੇਖੋ ਜੋ ਜਿਹਦੇ ਵਿੱਚ ਜ਼ਿਆਦਾ ਐਟੀਕੇਟਸ ਨੇ ਉਹਨੂੰ ਫੋਲੋ ਕਰੋ ਅਤੇ ਆਪਣੇ ਆਪ ਨੂੰ ਇੰਪਰੂਵ ਕਰੋ। ਉਸ ਤੋਂ ਬਾਅਦ ਆਉਂਦਾ ਹੈ ਐਕਸਪ੍ਰੈਸ ਗ੍ਰੈਟੀਟਿਊਡ। ਠੀਕ ਹੈ, ਗ੍ਰੈਟੀਟਿਊਡ ਕੀ ਹੁੰਦਾ ਹੈ, ਜਦੋਂ ਵੀ ਕਿਸੇ ਦੀ ਤੁਸੀਂ ਮੀਨਸ ਸਹਾਇਤਾ ਕਰਦੇ ਹੋ ਜਾਂ ਮੀਨਸ ਕੋਈ ਤੁਹਾਡੀ ਕੋਈ ਕਰਦਾ ਹੈ ਤਾਂ ਉਸ ਨੂੰ ਹਮੇਸ਼ਾ ਤੁਸੀਂ ਯਾਦ ਰੱਖਣਾ ਹੈ, ਬੀ ਥੈਂਕਫੁਲ, ਹਮੇਸ਼ਾ ਉਸ ਦਾ ਧੰਨਵਾਦੀ ਹੋਣਾ ਹੈ। ਤਾਂ ਬੀ ਥੈਂਕਫੁਲ ਫॉर ਆਲ ਦਾ ਗੁੱਡ ਥਿੰਗਸ ਯੂ ਹੈਵ ਟੂ people who have helped you or pat your back for the good things you have done। ਠੀਕ ਹੈ, ਵੀ ਉਹਨਾਂ ਚੀਜ਼ਾਂ ਦਾ ਹਮੇਸ਼ਾ ਥੈਂਕਫੁਲ ਹੋਣਾ ਹੈ, ਉਹਨਾਂ ਲੋਕਾਂ ਦਾ ਹਮੇਸ਼ਾ ਥੈਂਕਫੁਲ ਹੋਣਾ ਹੈ ਜਿਨ੍ਹਾਂ ਨੇ ਤੁਹਾਡੀ ਪਿੱਠ ਥਪਥਪਾਈ, ਪੈਟ ਯੂਰ ਬੈਕ। ਠੀਕ ਹੈ, ਐਂਡ ਜਾਂ ਤੁਸੀਂ ਕਿਸੇ ਦੇ ਲਈ ਗੁੱਡ ਥਿੰਗਸ ਕੀਤੀਆਂ ਜਾਂ ਅੱਛੀ ਥਿੰਗਸ ਕੀਤੀਆਂ, ਤਾਂ ਇਹ ਸਾਡਾ ਕੀ ਹੈ, ਸਮਾਈਲ ਦਾ ਮਾਡਲ ਹੈ। ਠੀਕ ਹੈ, ਪੋਜ਼ੀਟਿਵ ਥਿੰਕਿੰਗ ਦੇ ਲਈ। ਹੁਣ ਨੈਕਸਟ ਆਪਾਂ ਐਕਟੀਵਿਟੀ 'ਤੇ ਮੂਵ ਕਰਦੇ ਹਾਂ। ਐਕਟੀਵਿਟੀ ਦੇ ਵਿੱਚ ਆ ਜਾਂਦਾ ਹੈ, ਹਾਂਜੀ ਐਕਟੀਵਿਟੀ ਦਾ ਜਿਵੇਂ ਪਹਿਲਾ ਹੈਗਾ ਵਾਟ ਇਜ਼ ਦਾ ਬੈਸਟ ਵੇ ਟੂ ਸਟਾਰਟ ਆਵਰ ਡੇ ਪੋਜ਼ੀਟਿਵਲੀ। ਆਪਣੇ ਦਿਨ ਦੀ ਸ਼ੁਰੂਆਤ ਅਸੀਂ ਕਿਵੇਂ ਕਰ ਸਕਦੇ ਹਾਂ ਇਹਨਾਂ ਦੇ ਵਿੱਚੋਂ। ਆਪਣੇ ਦਿਨ ਦੀ ਸ਼ੁਰੂਆਤ ਕਿਹੜੀ ਆਪਸ਼ਨ ਸਹੀ ਆ। ਹਾਂਜੀ, ਵਟ ਇਜ਼ ਦਾ ਅੱਛਾ ਆਪਸ਼ਨ ਦੀ ਰਾਜੀ ਆਪਸ਼ਨ, ਠੀਕ ਹੈ ਮੈਂ ਦੱਸਦੀ ਹਾਂ। ਪਹਿਲਾ ਹੈਗਾ ਥਿੰਕ ਅਬਾਊਟ ਆਲ ਦੈਟ ਕੈਨ ਗੋ ਰੋਂਗ, ਆਪਾਂ ਨੇ ਉੱਠਦੇ ਸੰਧਾਰੀ ਉਹ ਚੀਜ਼ਾਂ ਬਾਰੇ ਸੋਚਣਾ ਜਿਹੜੀਆਂ ਬੁਰੀਆਂ ਹੋ ਰਹੀਆਂ ਨੇ। ਦੂਸਰੀ ਹੈਗੀ ਥਿੰਕ ਅਬਾਊਟ ਦਾ ਡਿਫੀਕਲਟ ਟੈਸਟ ਯੂ ਵਿਲ ਫੇਸ ਡਿਊਰਿੰਗ ਦਾ ਡੇ, ਜਾਂ ਤੁਹਾਡਾ ਕੋਈ ਡਿਫੀਕਲਟ ਟੈਸਟ ਆ ਤੁਸੀਂ ਉੱਠਦੇ ਸੰਧਾਰੀ ਉਹਦੇ ਬਾਰੇ ਸੋਚਣ ਲੱਗ ਗਏ। ਜਾਂ ਥਿੰਕ ਅਬਾਊਟ ਦਾ ਆਲ ਅਕੰਪਲਿਸ਼ਮੈਂਟ ਸੋ ਫਾਰ ਐਂਡ ਫੀਲ ਗੁੱਡ ਅਬਾਊਟ ਇਟ। ਠੀਕ ਹੈ, ਉਹ ਵਾਲੀ ਚੀਜ਼ਾਂ ਬਾਰੇ ਸੋਚਣਾ ਜਿਹੜੀਆਂ ਤੁਹਾਡੀਆਂ ਮਤਲਬ ਤੁਸੀਂ ਬਹੁਤ ਵਧੀਆ ਕੀਤੀਆਂ ਨੇ ਅਤੇ ਜਿਹਨੂੰ ਸੋਚ ਕੇ ਤੁਹਾਨੂੰ ਵਧੀਆ ਫੀਲ ਹੁੰਦਾ ਹੈ। ਜਾਂ ਥਿੰਕ ਅਬਾਊਟ ਦਾ ਟ੍ਰੈਫਿਕ ਔਨ ਦਾ ਰੋਡ ਐਂਡ, ਹਾਂਜੀ ਹਾਂਜੀ ਸੀ ਆਪਸ਼ਨ ਇਹਦੀ ਸਹੀ ਆਏਗੀ। ਐਂਡ ਉਸ ਤੋਂ ਬਾਅਦ ਆਉਂਦਾ ਹੈ ਰਾਹੁਲ ਗੈਟਸ ਫੀਡਬੈਕ ਔਨ ਹਿਜ਼ ਪ੍ਰੋਜੈਕਟ ਵਰਕ ਫਰੋਮ ਹਿਜ਼ ਕਲਾਸ ਟੀਚਰ, ਵਿਚ ਆਫ ਥੀਸ ਆਪਸ਼ਨ ਡੈਮੋਸਟ੍ਰੇਟਸ ਪੋਜ਼ੀਟਿਵ ਐਟੀਟਿਊਡ ਇਨ ਦਿਸ ਸਿਚੁਏਸ਼ਨ। ਠੀਕ ਹੈ, ਰਾਹੁਲ ਨੇ ਆਪਣੇ ਟੀਚਰ ਤੋਂ ਇੱਕ ਫੀਡਬੈਕ ਪ੍ਰਾਪਤ ਕੀਤੀ ਇੱਕ ਪ੍ਰੋਜੈਕਟ ਦੇ ਉੱਤੇ, ਤਾਂ ਇਹਨਾਂ ਦੇ ਵਿੱਚ ਉਹ ਕਿਹੜੀ ਮਤਲਬ ਫੀਡਬੈਕ ਪੋਜ਼ੀਟਿਵ ਕਿਹੜੀ ਫੀਡਬੈਕ ਹੈ ਜਿਹਦੇ ਪ੍ਰਤੀ ਉਹ ਪੋਜ਼ੀਟਿਵ ਐਟੀਟਿਊਡ ਸ਼ੋ ਕਰਦੀ ਹੈ। ਜਿਵੇਂ ਰਾਹੁਲ ਇਗਨੋਰਸ ਦਾ ਫੀਡਬੈਕ, ਰਾਹੁਲ ਨੇ ਫੀਡਬੈਕ ਨੂੰ ਇਗਨੋਰ ਕਰ ਦਿੱਤਾ। ਰਾਹੁਲ ਟੇਕਸ ਦਾ ਫੀਡਬੈਕ ਬਟ ਡਜ਼ ਨੋਟ ਯੂਜ਼ ਇਟ, ਰਾਹੁਲ ਨੇ ਫੀਡਬੈਕ ਤਾਂ ਲਈ ਬਟ ਉਸਨੂੰ ਯੂਜ਼ ਨਹੀਂ ਕੀਤਾ। ਜਿਵੇਂ ਉਹਦੇ ਟੀਚਰ ਨੇ ਕਹਿ ਦਿੱਤਾ ਵੀ ਆ ਪ੍ਰੋਜੈਕਟ 'ਤੇ ਥੋੜ੍ਹੀ ਜਿਹੀ ਹੋਰ ਮਿਹਨਤ ਕਰਨੀ ਸੀ ਜਾਂ ਕੋਈ ਕਮੀ ਪੇਸ਼ੀ ਸੀ ਉਹ ਵਾਲੀ। ਠੀਕ ਹੈ, ਜਾਂ ਰਾਹੁਲ ਟੈਲਸ ਅਦਰ ਦੈਟ ਦਾ ਟੀਚਰ ਇਜ਼ ਰੋਂਗ, ਜਾਂ ਟੀਚਰ ਨੂੰ ਜੋ ਵੀ ਰਾਹੁਲ ਨੂੰ ਟੀਚਰ ਨੇ ਫੀਡਬੈਕ ਦਿੱਤੀ ਆ ਉਹਨੂੰ ਪਸੰਦ ਨਹੀਂ ਆਈ ਤਾਂ ਉਹ ਸਾਰਿਆਂ ਨੂੰ ਕਹਿ ਰਿਹਾ ਵੀ ਟੀਚਰ ਰੋਂਗ ਆ। ਠੀਕ ਹੈ, ਲਾਸਟ ਵਾਲੀ ਕੀ ਹੈ, ਰਾਹੁਲ ਲਰਨਸ ਫਰੋਮ ਦਾ ਫੀਡਬੈਕ ਐਂਡ ਮੇਕਸ ਹਿਜ਼ ਪ੍ਰੋਜੈਕਟ ਵਰਕ ਬੈਟਰ, ਡੀ ਆਪਸ਼ਨ। ਹਾਂ, ਡੀ ਦੇ ਵਿੱਚ ਕੀ ਆ ਵੀ ਰਾਹੁਲ ਨੇ ਆਪਣੀ ਫੀਡਬੈਕ ਤੋਂ ਲਰਨ ਕੀਤਾ ਅਤੇ ਆਪਣੇ ਪ੍ਰੋਜੈਕਟ ਨੂੰ ਬੈਟਰ ਕੀਤਾ। ਨੈਕਸਟ ਹੈਗਾ ਵਟ ਕੈਨ ਯੂ ਡੂ ਟੂ ਗੈਟ ਰਿਡ ਆਫ ਨੈਗੇਟਿਵ ਥੋਟਸ ਔਰ ਫੀਲਿੰਗਸ।
ਠੀਕ ਹੈ। ਨੈਗੇਟਿਵ ਫੀਲਿੰਗਸ ਐਂਡ ਥੋਟਸ, ਜਿਹਨੂੰ ਆਪਾਂ ਨਕਾਰਾਤਮਕ ਸੋਚ ਕਹਿੰਦੇ ਆ, ਉਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੀ ਕਰ ਸਕਦੇ ਹੋ। ਪਹਿਲਾ ਹੈ ਮੈਡੀਟੇਟ ਟੂ ਕਾਮ ਡਾਊਨ ਐਂਡ ਫੀਲ ਪੋਜ਼ੀਟਿਵ। ਮੈਡੀਟੇਸ਼ਨ ਕਰਨੀ, ਉਸ ਦੇ ਨਾਲ ਕੀ ਹੋਊਗਾ, ਤੁਸੀਂ ਆਪਣੇ ਆਪ ਨੂੰ ਸ਼ਾਂਤ ਕਰੋਗੇ ਅਤੇ ਪੋਜ਼ੀਟਿਵ ਫੀਲ ਕਰੋਗੇ। ਇਗਨੋਰ ਦੈਮ ਐਂਡ ਮੂਵ ਔਨ ਇਨ ਲਾਈਫ, ਉਹ ਚੀਜ਼ਾਂ ਨੂੰ ਇਗਨੋਰ ਕਰਕੇ ਆਪਣੀ ਲਾਈਫ ਦੇ ਵਿੱਚ ਮੂਵ ਹੋ ਜਾਓ। ਐਕਟ ਬੇਸਡ ਔਨ ਦਾ ਨੈਗੇਟਿਵ ਥੋਟਸ ਔਰ ਫੀਲਿੰਗ, ਠੀਕ ਹੈ। ਜਿਹੜੀ ਵੀ ਚੀਜ਼ਾਂ ਸੋਚ ਰਹੇ ਹੋ ਉਸ ਦੇ ਪ੍ਰਤੀ ਤੁਸੀਂ ਮਤਲਬ ਉਹਨੂੰ ਆਪਣੇ ਉੱਤੇ ਹਾਵੀ ਹੋਣ ਦਿਓ। ਟਾਕ ਟੂ ਫਰੈਂਡ ਐਂਡ ਸ਼ੇਅਰ ਆਲ ਯੂਅਰ ਨੈਗੇਟਿਵ ਫੀਲਿੰਗਸ, ਆਪਣੇ ਫਰੈਂਡਸ ਦੇ ਨਾਲ ਨੈਗੇਟਿਵ ਫੀਲਿੰਗ ਨੂੰ ਸ਼ੇਅਰ ਕਰੋ। ਹੋਰ ਬੱਚਾ ਕੋਈ? ਇਸ ਦੀ ਆਪਸ਼ਨ ਆਏਗੀ ਰਾਜੇ ਏ ਆਏਗੀ, ਠੀਕ ਹੈ। ਆਪ ਮੈਡੀਟੇਟ ਕਰਨਾ ਅਤੇ ਆਪਣੇ ਆਪ ਨੂੰ ਫੀਲ ਕਾਮ ਡਾਊਨ ਕਰਨਾ, ਕਿਉਂਕਿ ਅਗਰ ਤੁਸੀਂ ਨੈਗੇਟਿਵ ਫੀਲਿੰਗਸ ਆਪਣੇ ਫਰੈਂਡਸ ਨੂੰ ਦੱਸੋਗੇ ਤਾਂ ਉਹ ਵੀ ਨੈਗੇਟਿਵ ਹੋ ਜਾਏਗਾ। ਉਹ ਇੱਕ ਟਾਈਮ ਤੁਹਾਡੀ ਗੱਲ ਸੁਣੇਗਾ, ਦੂਜੀ ਵਾਰ ਉਹ ਕਹੇਗਾ ਜਾ ਮੈਂ ਨਹੀਂ ਬਹਿਣਾ ਤੇਰੇ ਕੋਲ, ਤੂੰ ਤਾਂ ਮੈਨੂੰ ਨੈਗੇਟਿਵ ਫੀਲ ਕਰਾਨਾ ਗਾ, ਹੈ ਨਾ। ਆਪਾਂ ਕਹਿ ਦਿੰਦੇ ਨਾ ਮੈਂ ਨਹੀਂ ਤੇਰੇ ਕੋਲ ਬਹਿਣਾ, ਤੂੰ ਤਾਂ ਸਾਰਾ ਦਿਨ ਰੋਣਾ ਰਹਿਣਾ ਗਾ ਜਾਂ ਰੋਂਦੀ ਰਹਿਣੀ, ਹੈ ਨਾ, ਐਵੇਂ ਜੇ। ਉਹਦੇ ਨਾਲ ਕੀ ਆਪਾਂ ਵੀ ਨੈਗੇਟਿਵ ਫੀਲਿੰਗ ਆ ਜਾਂਦੀ ਆ ਆਪਣੇ ਵਿੱਚ। ਆਪਾਂ ਨੂੰ ਚਾਹੀਦਾ ਹੁੰਦਾ ਕਿ ਕੋਈ ਇਹੋ ਜਿਹਾ ਬੰਦੇ ਨਾਲ ਗੱਲ ਕਰੀਏ ਜਿਹਦੇ ਨਾਲ ਅਸੀਂ ਖੁਸ਼ ਹੋਈਏ ਜਾਂ ਸਾਨੂੰ ਪੋਜ਼ੀਟਿਵ ਫੀਲਿੰਗ ਆਵੇ, ਠੀਕ ਹੈ। ਤਾਂ ਇੱਕ ਟਾਈਮ 'ਤੇ ਤੁਹਾਡੇ ਫਰੈਂਡਸ ਵੀ ਤੁਹਾਨੂੰ ਇਗਨੋਰ ਕਰਨ ਲੱਗ ਜਾਣਗੇ ਜੇ ਤੁਸੀਂ ਹਮੇਸ਼ਾ ਉਹਨਾਂ ਨਾਲ ਨੈਗੇਟਿਵ ਗੱਲਾਂ ਕਰੋਗੇ। ਓਕੇ, ਹਾਂਜੀ।